ਕੋਈ ਹੋਰੇ ਡੱਬਰ ਰਚਦੇ ਕਹਿੰਦੇ ਜੀ ਬਸ ਸਿੱਖੀ ਦਾ ਨਾਮ ਦੀ ਰਹਿ ਗਈ ਇਹਦੇ ਵਿੱਚੋਂ ਤੇ ਇਹ ਵੀ ਸੰਘਰਸ਼ ਹੈ ਸਾਡਾ ਕਲਮ ਦਾ ਸਾਡਾ ਦੂਜਾ ਹਥਿਆਰ ਕੋਈ ਨਹੀਂ ਤੇ ਅਸੀਂ ਲੜਾਂਗੇ ਮਰਦੇ ਦਮ ਤੱਕ। ਪਹਿਲਾਂ ਭਾਰਤੀ ਹਾਂ ਅਸੀਂ, ਸਾਡਾ ਕਿਸੇ ਧਰਮ ਦਾ ਕੋਈ ਮਸਲਾ ਨਹੀਂ ਹੈ। ਜਿਹੜੇ ਲੋਕੀ ਬਾਹਰ ਤੋਂ ਕਿਸੇ ਚੀਜ਼ ਨੂੰ ਫੈਲਾਉਂਦੇ ਨੇ ਆ ਕੇ ਅਸੀਂ ਉਹਨਾਂ ਨੂੰ ਗਲਤ ਅਨਸਰ ਹਮੇਸ਼ਾ ਗਿਣਾਂਗੇ। ट्राई सिटी 10 तक। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜਸਵਿੰਦਰ ਪਾਲ ਟਰਾਈ ਸਿਟੀ 10 ਵਿੱਚ ਤੁਹਾਡਾ ਸਵਾਗਤ। ਤੇ ਇਸ ਵਾਰ ਨਵਾਂ ਰੂਪ ਲੈ ਕੇ ਅਸੀਂ ਹਾਜ਼ਰ ਹੋਏ ਹਾਂ, ਕਲਮਾਂ ਦਾ ਸਫ਼ਰ। ਤੁਸੀਂ ਸਮਝ ਹੀ ਗਏ ਹੋਵੋਗੇ, ਕਲਮਾਂ ਇੱਕ ਸਾਹਿਤਕਾਰ, ਇੱਕ ਕਵੀ ਦੀ ਪਹਿਚਾਣ ਹੁੰਦੇ ਨੇ। ਮੇਰੇ ਨਾਲ ਇਸ ਸਮੇਂ ਜੁੜੇ ਨੇ ਮਨਮੋਹਨ ਸਿੰਘ, ਜੋ ਕਿ ਚੰਡੀਗੜ੍ਹ ਵਿੱਚ ਰਹਿੰਦੇ ਨੇ, ਪਰੰਤੂ ਇਹਨਾਂ ਦੀ ਜਿਹੜੀ ਕਾਵ ਛਾਪ ਹੈ ਉਹ ਸਾਰੀ ਦੁਨੀਆ, ਪੰਜਾਬੀ ਜਗਤ 'ਚ ਬਹੁਤ ਵੱਡਾ ਨਾਮਣਾ ਖੱਟ ਚੁੱਕੀ ਹੈ। ਮਨਮੋਹਨ ਸਿੰਘ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਇੱਥੇ ਮੈਨੂੰ ਪਹਿਲੀ ਵਾਰੀ ਮੌਕਾ ਦਿੱਤਾ ਹੈਗਾ। ਅਤੇ ਜੋ ਵੀ ਤੁਸੀਂ ਸੁਣਨਾ ਚਾਹੋਗੇ ਅਸੀਂ ਜ਼ਰੂਰ ਪੰਜਾਬੀ ਦਾ ਇੱਕ ਅੱਜ ਜਿਹੜਾ ਇੱਕ ਦੌਰ ਹੈ ਬੜਾ ਬੁਰਾ ਗੁਜ਼ਰ ਰਿਹਾ ਹੈ, ਅਤੇ ਜਿਹੜੇ ਤਿੰਨ ਸਾਡੇ ਜ਼ਬਰਦਸਤੀ ਪੈਨਾਂ ਨੂੰ ਕਾਲਿਆਂ ਨੂੰ ਪਾਇਆ ਜਾ ਰਿਹਾ ਹੈਗਾ, ਅਤੇ ਇਸ ਦੇ ਉੱਪਰ ਸੁਰਜੀਤ ਪਾਤਰ ਜੀ ਦੀ ਬਹੁਤ ਅੱਛੀ ਕਵਿਤਾ ਹੈ ਕਿ ਨਿਰੀ ਬਾਤ ਕਿਸਾਨੀ ਦੀ ਨਹੀਂ, ਮੇਰੀ ਬਾਤ ਕਿਸਾਨੀ ਦੀ ਨਹੀਂ, ਇਹ ਤਾਂ ਲੱਖਾਂ ਸਾਲਾਂ ਤੋਂ ਉਜੜਦਾ ਆ ਰਿਹਾ। ਇਹ ਪੰਜਾਬ ਅਤੇ ਹਿੰਦੁਸਤਾਨ ਦੀਆਂ ਗੱਲਾਂ ਨਹੀਂ, ਇਹ ਤਾਂ ਬਾਬੇ ਨਾਨਕ ਨੇ ਵੀ, ਭਗਤ ਰਵਿਦਾਸ ਦਾ ਵੀ, ਤਿੰਨੇ ਭਗਤ ਦਾ ਵੀ ਦੇਸ਼ ਹੈ, ਜਿਨ੍ਹਾਂ ਸੰਘਰਸ਼ ਕੀਤੇ। ਸੰਘਰਸ਼ ਤੋਂ ਬਾਅਦ ਯੁੱਧ ਦੀ ਨੀਤੀ ਹੈ ਜਿਹੜੀ ਜੋ ਸਰਕਾਰਾਂ ਵੱਲੋਂ ਇਹ ਅਪਣਾਈਆਂ ਜਾਂਦੀਆਂ ਨੇ। ਸਮੇਂ ਦੀਆਂ ਸਰਕਾਰਾਂ ਕੋਈ ਵੀ ਹੋਣ, ਇਹ ਹਮੇਸ਼ਾ ਹੀ ਧੱਕਾ ਕਰਦੀਆਂ ਨੇ, ਅਤੇ ਅਸੀਂ ਉਸ ਧੱਕੇ ਨੂੰ ਕੁਝ ਕਰ ਨਹੀਂ ਸਕਦੇ ਕਿ ਸਹਿਣਸ਼ੀਲਤਾ ਜਦੋਂ ਬੰਦੇ ਦੀ ਟੱਪ ਜਾਵੇ ਕਿ ਅਸੀਂ ਹੱਦਾਂ ਤੋਂ ਬਾਹਰ ਨਾ ਜਾਈਏ। ਅਸੀਂ ਆਪਣੇ ਹੱਦ 'ਚ ਰਹਿ ਕੇ ਹਿੰਦੁਸਤਾਨ 'ਚ ਜਾਂ ਭਾਰਤ, ਸਾਡਾ ਸਭ ਤੋਂ ਪਹਿਲਾਂ ਭਾਰਤੀ ਹਾਂ ਅਸੀਂ, ਸਾਡਾ ਕਿਸੇ ਧਰਮ ਦਾ ਕੋਈ ਮਸਲਾ ਨਹੀਂ ਹੈ। ਜਿਹੜੇ ਲੋਕ ਬਾਹਰ ਤੋਂ ਕਿਸੇ ਚੀਜ਼ ਨੂੰ ਫੈਲਾਉਂਦੇ ਨੇ ਆ ਕੇ ਅਸੀਂ ਉਹਨਾਂ ਨੂੰ ਗਲਤ ਅਨਸਰ ਹਮੇਸ਼ਾ ਗਿਣਾਂਗੇ। ਮਨਮੋਹਨ ਸਿੰਘ ਜੀ ਨੇ ਇੱਕ ਬਹੁਤ ਖੂਬਸੂਰਤ ਗੱਲ ਕੀਤੀ ਹੈ ਕਿ ਅਸੀਂ ਕਿਹੋ ਜਿਹੇ ਭਾਰਤ ਵਿੱਚ ਰਹਿ ਰਹੇ ਹਾਂ। ਅਸੀਂ ਭਾਰਤੀ ਹੋ ਕੇ ਵੀ ਅਸੀਂ ਭਾਰਤ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ, ਪਰੰਤੂ ਸਰਕਾਰਾਂ ਦਾ ਰਵੱਈਆ ਸਾਡੇ ਅਧਿਕਾਰਾਂ ਦੇ ਖਿਲਾਫ ਹੈ। ਪਰ ਸਾਡੀ ਜਿਹੜੀ ਪੜਾਸ ਹੈ, ਸਾਡੇ ਕੋਲ ਮਾਧਿਅਮ ਹੈ, ਉਹ ਕਲਮ ਨੇ। ਅਤੇ ਮਨਮੋਹਨ ਸਿੰਘ ਜੀ, ਤੁਹਾਡੀ ਆਪਣੀ ਜਿਹੜੀ ਰਚਨਾ ਹੈ ਤਾਂ ਉਹ ਕੀ ਕਹਿੰਦੀ ਹੈ, ਜਿਹੜੇ ਪੂਰੇ ਹਾਲਾਤ ਨੇ? ਪੂਰੇ ਹਾਲਾਤ 'ਚ ਜਦੋਂ ਮੈਂ ਕਲਮ ਚੱਕਦਾ ਹਾਂ ਨਾ, ਅਤੇ ਕਲਮ ਹਿੱਲਦੀ ਹੈ ਅਤੇ ਅੱਖਰ ਨਹੀਂ ਲਿਖੇ ਜਾਂਦੇ। ਅੱਖਾਂ ਦੇ ਵਿੱਚ ਹੰਝੂ ਨਹੀਂ, ਅੰਗਿਆਰੇ ਹੀ ਚਿਮੜਦੇ ਨੇ। ਫਿਰ ਵੀ ਹੱਸ ਕੇ ਲੋਕਾਂ ਨੂੰ ਜੋਕਰ ਵਾਂਗੂ ਦਿਖਾ ਦੀਦਾ। ਕਹਿੰਦੇ ਅੱਜ ਹਰੇਕ ਦਾ ਹਿਰਦਾ ਦੁਖਦਾ ਏ, ਪਾਲ ਮਨਮੋਹਨ ਬੜੈਲ ਵਾਲਿਆ ਤੂੰ ਕੱਲਾ ਨਹੀਂ, ਤੂੰ ਕੱਲਾ ਨਹੀਂ, ਅੱਜ ਇਹ ਸਭ ਦੇ ਸਫ਼ਰ ਆ ਕੇ ਮੁੱਕਦਾ ਹੈ। ਕਿਆ ਖੂਬਸੂਰਤ ਗੱਲ ਕੀਤੀ ਹੈ। ਮਨਮੋਹਨ ਜੀ, ਇੱਕ ਗੱਲ ਦੱਸੋ, ਤੁਸੀਂ ਕਾਫੀ ਚਿਰ ਤੋਂ ਸਾਹਿਤ ਲਿਖ ਰਹੇ ਹੋ, ਪਰ ਸਾਹਿਤ 'ਚ ਵੀ ਇੱਕ ਪ੍ਰੋਫੈਸ਼ਨਲ ਯੁੱਗ, ਇੱਕ ਪੂੰਜੀ ਸਿਸਟਮ ਬਹੁਤ ਭਾਰੂ ਹੋ ਗਿਆ। ਤੁਸੀਂ ਇਸ ਹਾਲਾਤ 'ਚ ਕੀ ਮਹਿਸੂਸ ਕਰਦੇ? ਦੇਖੋ ਜੀ, ਇੱਕ ਸਭ ਤੋਂ ਵੱਡੀ ਜਿਹੜੀ ਪੂੰਜੀਵਾਦ ਹੈ, ਦੇਖੋ ਪੈਸਾ ਹੋਵੇ, ਬਿਜ਼ਨਸ ਹੋਵੇ, ਕੋਈ ਚੀਜ਼ ਹੋਵੇ, ਇਹ ਜਿਹੜਾ ਸਾਮਰਾਜਵਾਦ ਹੈ, ਸਾਮਰਾਜਵਾਦ ਦੇ ਵਿੱਚ ਭਗਤ ਸਿੰਘ ਦਿਆਂ ਹੁੰਦਿਆਂ ਵੀ ਉਹ ਇਸੇ ਦੇ ਵਿਰੁੱਧ 'ਚ ਸੀਗੇ। ਉਹ ਵੀ ਜਿੰਨੇ ਅਸੀਂ ਸਾਮਰਾਜਵਾਦ ਤੋਂ ਅੱਗੇ ਜਾਈ ਜਾਵਾਂਗੇ, ਕਿਤੇ ਨਾ ਕਿਤੇ ਦੇਖੋ ਪਹਾੜ ਨੇ, ਉੱਚੇ ਤੋਂ ਉੱਚੇ ਨੇ, ਨੀਵੇਂ ਤੋਂ ਨੀਵੇਂ ਵੀ ਨੇ, ਅਤੇ ਪਹਾੜਾਂ ਵਰਗੀ ਗੱਲ ਨਹੀਂ। ਇਹ ਕੁਝ ਹਿਰਦੇ 'ਚ ਜਦੋਂ ਬੰਦੇ ਦੇ ਠੇਸ ਲੱਗਦੀ ਹੈ ਨਾ, ਫਿਰ ਉਹ ਬੰਦਾ ਉੱਥੋਂ ਉੱਠ ਖੜ੍ਹਦਾ ਹੈ, ਅਤੇ ਉਸ ਉੱਠਣ ਦੇ ਨਾਲ ਫਿਰ ਇੱਕ ਲਫ਼ਜ਼ ਮਹਿਸੂਸ ਕਰਦੇ ਹਾਂ ਕਿ ਅੰਗਰੇਜ਼ੀ ਦੇ ਤਾਂ 26 ਅੱਖਰ ਨੇ, ਸਾਡੇ ਤਾਂ ਪੰਜਾਬ ਦੇ 35 ਨੇ। ਪਹਿਲਾਂ ਕਿੱਥੇ 1 ਨਵੰਬਰ 1966 'ਚ ਜਾ ਕੇ ਵੰਡਦਾ ਮਹਾ ਪੰਜਾਬ ਸੀਗੇ। ਜਦੋਂ ਸਾਹਿਬ ਚੱਲੇ ਨੇ ਉੱਥੋਂ ਅਨੰਦਪੁਰ ਤੋਂ ਛੱਡ ਕੇ ਚਲੇ ਗਏ, ਉਹਨਾਂ ਨੂੰ ਕੀ ਲੋੜ ਪਈ ਸੀ ਕਿ ਖਜ਼ਾਨਾ ਉਹਨਾਂ ਨੇ ਸਾਰਾ ਨਦੀਆਂ 'ਚ ਰੋੜਤਾ।
ਅੱਜ ਜਿਹੜੇ ਬ੍ਰਾਹਮਣਵਾਦ ਜਾਂ ਪੁਜਾਰੀ ਜਾ ਕੇ ਬੈਠ ਗਏ ਨੇ, ਉੱਥੇ ਉਹਦੀ ਰੋਟੀ ਰੋਜੀ ਦੀ ਕਦਰ ਨਹੀਂ। ਇੱਕ ਸਵਾਲ ਕਿ ਪੂੰਜੀਪਤੀ ਸਿਸਟਮ ਵਿੱਚ ਵੀ ਜੋ ਕਵੀ ਹੈ, ਕਵੀ ਕਦੇ ਮਰਿਆ ਨਹੀਂ, ਕਵੀ ਵਿਕਿਆ ਨਹੀਂ। ਕਵੀ ਹਮੇਸ਼ਾ ਸਮੁੰਦਰ 'ਚ ਚੱਲਦਾ ਹੈ, ਸ਼ਬਦਾਂ ਦੇ ਸਮੁੰਦਰ 'ਚੋਂ ਲੈ ਕੇ ਲੋਕਾਂ ਦੀ ਗੱਲ ਬਿਆਨ ਕਰਦਾ ਹੈ, ਚਾਹੇ ਉਹਦੇ ਅੰਦਰਲਾ ਦਰਦ ਹੈ, ਚਾਹੇ ਸਮਾਜਿਕ ਦਰਦ ਹੈ। ਅਤੇ ਤੁਹਾਡੀ ਕਲਮ ਦਾ ਕੋਈ ਸ਼ੇਅਰ ਸਾਂਝਾ ਕਰੋਗੇ? ਅਸ਼ਕਰ। ਹਾਂਜੀ ਸਰ, ਮੇਰੀ ਸ਼ੇਰ ਤਾਂ ਇੱਕ ਹੀ ਹੈ ਵੀ ਸਾਨੂੰ ਨਾ ਛੇੜ, ਅਸੀਂ ਡੰਗੇ ਨਹੀਂ ਹੋਏ, ਅਸੀਂ ਪਿਆਰ ਨਾਲ ਮੰਨ ਜਾਵਾਂਗੇ, ਪਰ ਇੰਨਾ ਵੀ ਬੁਜ਼ਦਿਲ ਨਾ ਸਮਝੀ ਕਿ ਸਾਡੀ ਕਲਮ ਦੇ ਟੋਟੇ ਟੋਟੇ ਹੋ ਜਾਣ। ਉਸ ਟਾਈਮ ਫਿਰ ਅਸੀਂ ਜੁੜਾਂਗੇ ਨਹੀਂ। ਕਹਿੰਦੇ ਜੁੜ ਜਾਂਦੇ ਨੇ, ਫਿਰ ਗੱਠਾਂ ਪੈ ਜਾਂਦੀਆਂ ਨੇ, ਫਿਰ ਮੂੰਹ ਨਾਲ ਖੁੱਲੀਆਂ ਹੋਈਆਂ ਗੱਠਾਂ ਫਿਰ ਕਿਤੇ ਕਾਮਯਾਬ ਨਹੀਂ ਹੁੰਦੀਆਂ। ਕਿੰਨੀ ਖੂਬਸੂਰਤ ਹੈ ਇਸ ਜਜ਼ਬਾਤ 'ਚ ਕਿ ਮੋਹ ਦੀਆਂ ਤੰਦਾਂ ਅਤੇ ਜਿਹੜਾ ਜਨਤਕ ਹਕੂਮਤਾਂ ਦਾ ਕਹਿਰ ਹੈ, ਉਹ ਕਿੰਨਾ ਕੁ ਭਾਰੂ ਹੋ ਕੇ ਜਦੋਂ ਕਵੀ ਰੋਂਦਾ ਹੈ ਤਾਂ ਅੱਖ ਵੀ ਰੋਂਦੀ ਹੈ। ਅੱਖ ਦੇ ਰੋਣ ਨਾਲ ਕਲਮ ਜਦੋਂ ਰੋਂਦੀ ਹੈ ਤਾਂ ਇਤਿਹਾਸ ਬਦਲ ਜਾਂਦੇ ਨੇ, ਵਕਤ ਬਦਲ ਜਾਂਦੇ ਨੇ। ਤੁਸੀਂ ਕੀ ਮੰਨਦੇ ਹੋ ਸੀ? ਇਤਿਹਾਸ ਦੇ ਨਾਲ ਇੱਕ ਜਿਹੜੀ ਮਿਥਿਆਸ ਜੋੜ ਦਿੱਤੀ ਜਾਂਦੀ ਹੈ ਕਿ ਜਦੋਂ ਨਾ ਸੂਰਜ ਚੜ੍ਹਦਾ ਹੈਗਾ, ਕੁਝ ਚੀਜ਼ਾਂ ਅਜਿਹੀਆਂ ਲੁਕਾਉਣੀਆਂ ਪੈਂਦੀਆਂ ਨੇ ਕਿ ਜਿਵੇਂ ਕਾਲੇ ਬੱਦਲਾਂ ਦੇ ਵਿੱਚ ਆ ਕੇ ਵੀ ਸੂਰਜ ਜਾ ਕੇ ਛੁਪ ਜਾਂਦਾ ਹੈ, ਤਾਂ ਉਸ ਨੂੰ ਵੀ ਸੱਚਾਈ ਨੂੰ ਲੈ ਕੇ ਆਉਣ ਵਾਸਤੇ ਕੁਝ ਹਨੇਰ ਦੇ ਵਿੱਚ ਰਹਿਣਾ ਪੈਂਦਾ ਹੈ। ਅਤੇ ਇਸ ਹਨੇਰ 'ਚੋਂ ਕਿਵੇਂ ਨਿਕਲਿਆ ਜਾ ਸਕਦਾ? ਇਹਦੇ ਵਿੱਚੋਂ ਤਾਂ ਇਹ ਹੈ ਵੀ ਸੰਘਰਸ਼ ਹੈ ਸਾਡਾ, ਕਲਮ ਦਾ ਸਾਡਾ ਦੂਜਾ ਹਥਿਆਰ ਕੋਈ ਨਹੀਂ, ਅਤੇ ਅਸੀਂ ਲੜਾਂਗੇ ਮਰਦੇ ਦਮ ਤੱਕ। ਮੇਰਾ ਅੰਤਮ ਸਵਾਲ ਤੁਹਾਨੂੰ ਇਹੀ ਹੈ, ਹਾਂਜੀ। ਤੁਸੀਂ ਕਵੀ ਹੋ, ਹਾਂਜੀ ਅੱਜ ਸਮਾਜ ਹਾਂਜੀ ਬਾਬੇ ਨਾਨਕ ਦੇ ਯੁੱਗ ਵਾਂਗੂ ਕਰਾ ਰਿਹਾ ਹੈ, ਨਾ ਵਿਕਾਸ ਹੈ ਤਾਂ ਸਿਰਫ ਸਾਜੂਬਾਗ ਨਹੀਂ, ਤੁਸੀਂ ਤੇ ਜ਼ੁਲਮ ਵੀ ਭਾਰੂ ਹੈ। ਇਹ ਚੀਜ਼ 'ਤੇ ਤੁਸੀਂ ਆਪਣਾ ਸੁਨੇਹਾ ਕੀ ਦਿੰਦੇ ਹੋ? ਦੇਖੋ ਜੀ, ਜੋ ਬਾਬੇ ਨਾਨਕ ਨੇ ਗੱਲ ਕੀਤੀ ਸੀ, ਬਾਬੇ ਨਾਨਕ ਨੇ ਗੱਲ ਕੀਤੀ ਸੀ ਕਿ ਕਿਰਤ ਦੀ, ਕਿਰਤ ਕਰੋ, ਉਸ ਦੇ ਵਿੱਚ ਹੀ ਆਪਣੇ ਮਨ ਨੂੰ ਸੰਤੁਸ਼ਟ ਰੱਖੋ। ਠੀਕ ਹੈ ਜੀ। ਜਿਹੜਾ ਨਾਮ ਹੈ ਉਹ ਸਾਨੂੰ ਨਹੀਂ ਪਤਾ ਹੈਗਾ ਵੀ ਕੀ ਨਾਮ ਹੈ, ਕਿਉਂਕਿ ਨੰਨਾ ਕੱਢ ਦੋ ਅਤੇ ਮੈਂ ਰਹਿ ਜਾਂਦੀ ਹੈ। ਜਦੋਂ ਮੈਂ ਤੇ ਬੜਾਂਗਾ ਹੁੰਦਾ, ਫਿਰ ਆਪਣੀ ਬੱਕਰੀ ਵਾਂਗੂ ਜਾਂ ਬੱਕਰੇ ਵਾਂਗੂ ਕਰਦੇ ਨੇ, ਅਤੇ ਫਿਰ ਜਦ ਢੋਲਕੀ ਵਾਂਗੂ ਆਵਾਜ਼ ਆਉਂਦੀ ਹੈ, ਫਿਰ ਕਹਿੰਦਾ ਤੂੰ ਹੀ ਤੂੰ ਦੇ ਆਵਾਜ਼ ਆ ਜਾਂਦੀ ਹੈ। ਕਿਉਂਕਿ ਜਿੰਨੇ ਵੀ ਭਗਤਾਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 16 ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, 6 ਗੁਰੂਆਂ ਦੀ ਬਾਣੀ ਹੈ। ਉਹਨਾਂ ਨੇ ਇੱਕ ਸਮਾਜ ਨੂੰ ਲੈ ਕੇ ਅਜਿਹੇ ਸਮਾਜ ਦੀ ਸਿਰਜਣਾ ਦੇ ਵਿੱਚ ਆਈ ਸੀਗੇ ਵੀ ਜਦੋਂ ਇੱਥੇ ਇੱਕ ਪਹਿਲਾਂ ਉਹਨਾਂ ਨੇ ਜ਼ੀਰੋ ਦੇਖੀ। ਆਪਾਂ ਕਹਿ ਸਕਦੇ ਹਾਂ ਕਿ ਵੀ ਇਤਿਹਾਸ ਵਿੱਚ ਆਰੀਆ ਭੱਟ ਨੇ 5ਵੀਂ ਸਦੀ 'ਚ ਜਾ ਕੇ ਜ਼ੀਰੋ ਦੀ ਖੋਜ ਕੀਤੀ ਹੈ, ਜੋ ਸਾਨੂੰ ਪੜ੍ਹਾਇਆ ਗਿਆ ਹੈਗਾ, ਕਿਉਂਕਿ ਆਰੀਅਨਸ ਲੋਕ ਸੀਗੇ। ਠੀਕ ਹੈ, ਅਸੀਂ ਵੀ ਇੱਥੇ ਪੈਦਾ ਹੋਏ ਅਤੇ ਅਸੀਂ ਵੀ ਰਹਿਣਾ ਤਾਂ ਭਾਰਤ 'ਚ ਹੀ ਹੈ ਨਾ ਆਪਣੇ। ਠੀਕ ਹੈ। ਜਦੋਂ ਲੇਕਿਨ ਸੰਘਰਸ਼ ਦੀ ਗੱਲ ਆਈ ਹੈ, ਅੱਜ ਕਿਸਾਨੀ ਦਾ ਯੁੱਗ ਹੈ। ਸੰਨ 84 ਦਾ ਵੀ ਕੋਈ ਯੁੱਗ ਸੀਗਾ, ਉਸ ਤੋਂ ਪਹਿਲਾਂ ਵੀ ਕਦੀ ਯੁੱਗ ਸੀਗੇ। ਸਾਡਾ ਤਾਂ 73 ਦਾ ਵਰਤਾ ਸੀ, ਕੀ ਦੇਖ ਲੈਣਾ ਸੀਗਾ 10-11 ਸਾਲਾਂ 'ਚ। ਉਹਨਾਂ ਨੇ 4 ਉਦਾਸੀਆਂ ਕੀਤੀਆਂ ਨੇ। ਕਈ ਤਾਂ ਇਹ ਵੀ ਉਹਨਾਂ ਦੇ ਕਹਿੰਦੇ ਜੀ ਆਪਣੇ ਬੱਚੇ ਨੂੰ ਆਪਣੇ ਨੂੰ ਕਿਉਂ ਨਹੀਂ ਗੱਦੀ ਦੇ ਕੇ ਗਏ। ਮੈਂ ਕਿਹਾ ਨਹੀਂ, ਉਹ ਅਡੰਬਰਾਂ 'ਚ ਨਹੀਂ ਫਸਦੇ ਸੀਗੇ। ਅੱਜ ਲੋਕਾਂ ਨੇ ਬਾਬੇ ਨਾਨਕ ਦੀ ਫੋਟੋ ਨੂੰ ਇਹ ਪੂਜੀ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਦੇ ਨੇ, ਕਹਿੰਦੇ ਤੁਹਾਨੂੰ ਮੱਥਾ ਟੇਕਦੇ ਜ਼ਰੂਰ, ਪਰ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਹੀ ਨਹੀਂ। ਅਮਲੀ ਨੂੰ ਫੀਮ ਮਿਲ ਜਾਵੇ, ਉਹਨੂੰ ਕੀ ਲੋੜ ਪਈ ਹੈ ਕਿਤੇ ਜਾਣ ਦੀ? ਉਹਨੂੰ ਕਿਤੇ ਲੋੜ ਨਹੀਂ। ਅੱਗੇ ਹੁੰਦੇ ਸੀਗੇ ਵਿਚਾਰੇ ਬਜ਼ੁਰਗ ਛੋਟੇ ਖੇਤੀ ਕੰਮ ਕਰਦੇ ਸੀਗੇ, ਅਤੇ ਉਹ ਆਪਣਾ ਮਾੜੀ ਜਿਹੀ ਚਮਚਾ 'ਚ ਲੈ ਲੈਂਦੇ ਸੀਗੇ, ਅਤੇ ਚਮਚੇ ਲੈਣ ਨਾਲ ਵਿਚਾਰੇ ਸਾਰਾ ਦਿਨ ਖੇਤਾਂ 'ਚ ਲੱਗੇ ਰਹਿੰਦੇ ਸੀਗੇ। ਬਾਬੇ ਨਾਨਕ ਨੇ ਆਪਣੇ ਖੁਦ ਹੱਥਾਂ ਨਾਲ ਖੇਤੀ ਕਰਕੇ ਵੀ ਦਿਖਾਈ ਹੈ, ਕਿਰਤ ਕੀਤੀ ਹੈ। ਅੱਜ ਤਾਂ ਹੁਣ ਕੋਈ ਹੋਰੇ ਡੱਬਰ ਰਚਦੇ ਨੇ, ਕਹਿੰਦੇ ਜੀ ਬਸ ਸਿੱਖੀ ਤਾਂ ਨਾਮ ਦੀ ਰਹਿ ਗਈ ਹੁਣ। ਧੰਨਵਾਦ ਮਨਮੋਹਨ ਸਿੰਘ ਜੀ, ਇੰਨਾ ਸੋਹਣੀਆਂ ਚੀਜ਼ਾਂ ਜਨਤਕ ਤੱਕ ਪਹੁੰਚਾਉਣ ਲਈ। ਪਰ ਸਰਜੀਤ ਪਾਤਰ ਦਾ ਇੱਕ ਸ਼ੇਰ ਹੈ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਇਹਨਾਂ ਸਤਰਾਂ ਨਾਲ ਹੀ ਅਸੀਂ ਕੁਝ ਕਹਿਣਾ ਚਾਹੁੰਦੇ ਨੇ। ਮੈਂ ਪੂਰਾ ਕਰ ਦਿੰਦਾ ਹੈਗਾ। ਇਹ 70 ਕੋਈ ਜਦੋਂ ਮਾਹੌਲ ਵਿਗੜੇ ਹੋਈ ਸੀਗੇ ਉਸ ਟਾਈਮ ਦੀ ਲਿਖੀ ਹੋਈ ਸੀਗੀ। ਉਹ ਕਹਿੰਦੇ ਕੁਝ ਵਿਦੇਸ਼ਾਂ 'ਚ ਰੁਲਦੇ ਨੇ ਰੋਜੀ ਲਈ,
ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ, ਕੁਝ ਕਬਰਾਂ ਦੇ ਝੁੰਡ ਹੇਠ ਚਾ ਬਹਿਣਗੇ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਹਾਏ ਕੀ ਕਹਿਣਗੇ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣੀਂਦਿਆਂ ਸੁੱਕ ਗਏ। ਇਹ ਨਾ ਆਖੋ ਕਿ ਹੁਣ ਤੇ ਕਰੀ ਜਾਣ, ਹੁਣ ਇੱਥੇ ਕਦੋਂ ਤੀਕ ਖੜੇ ਰਹਿਣਗੇ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਹਾਏ ਕੀ ਕਹਿਣਗੇ। ਧੰਨਵਾਦ ਮਨਮੋਹਨ ਸਿੰਘ ਜੀ। ਤੇ ਦੋਸਤੋ, ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ ਫੇਰ ਗੱਲ ਕਰਦੇ ਰਹਾਂਗੇ। ਇਹ ਚਰਚਾ ਬਹੁਤ ਗੰਭੀਰ ਹੈ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਤੁਸੀਂ ਦੇਖਦੇ ਰਹੋ ਟਰਾਈ ਸਿਟੀ ਦਸਤਕ, ਦਸਤਕ ਹਰ ਖਬਰ ਤੇ। ट्राई सिटी दस्तक।